सरकारी वैबसाइट आ आंकड़ा तुहानूं विखा रहा कि लगातार जिहड़ा इंटरस्ट है जिहड़ा भारत सरकार ने लिता उस जिहड़ा इंटरस्ट लगातार वधदा जा रहा। पंजाब दे उत्ते जिहड़ा कर्जा है वो 3 लाख करोड़ जिहड़ा पहुँच चुका है। तो एक आदमी की गल करिए पंजाब विच जिहड़ा कर्जा उन्हां दे उत्ते जिहड़ा 1 लाख तो उपर पहुँच गया। अजे जो 83-84 का पीरीयड जोड़ा सी वो साडी पुरानी अर्थव्यवस्था के असूलों ਨਾਲ ਚੱਲ ਰਿਹਾ ਸੀ। फिर 90-91 आ गया। 90-91 ਵਿੱਚ ਵੀ ਸਾਡਾ मतलब 7000 ਕਰੋੜ ਸੀਗਾ। ਇਹਦੇ ਵਿੱਚ ਜਿਹੜੀ ਮਿਸਮੈਨੇਜਮੈਂਟ ਹੋਈ ਔਰ ਜਿਹੜਾ ਉਹ ਅਰਥ ਵਿਵਸਥਾ ਦਾ ਤਰੀਕਾ ਹੀ ਹੈ ਉਹਨਾਂ ਦਾ ਇਹ ਤਰੀਕਾ ਕਿ ਵੀ ਤੁਸੀਂ ਅਮੀਰਾਂ ਤੋਂ ਘੱਟ ਟੈਕਸ ਲਾਓ ਤੇ ਸ਼ਾਇਦ ਤਰੱਕੀ ਹੋਵੇ, ਲੇਕਿਨ ਅਮੀਰਾਂ ਦਾ ਤੇ ਤਰੱਕੀ ਹੋ ਜਾਂਦੀ ਹੈ। ਇੰਡੀਆ ਗਵਰਨਮੈਂਟ ਦਾ ਜਿਹੜਾ ਤੁਸੀਂ ਅੰਕੜਾ ਦੇਖ ਰਹੇ ਸੀ ਉਹਨਾਂ ਦਾ ਆਲਮੋਸਟ 100% ਦਾ ਮਤਲਬ ਕਿ ਬਰਾਬਰ ਹੈ ਕਿ ਜਿੰਨਾ ਰੈਵਨਿਊ ਇਕੱਠਾ ਕਰ ਰਹੇ ਨੇ ਉਹ ਬਾਹਰ ਵੰਡ ਰਹੇ ਨੇ, ਉਹ ਲੋਕਾਂ ਦੇ ਭਲੇ 'ਚ ਉਹਦੇ 'ਚ ਕੁਝ ਨਹੀਂ ਹੋਣਾ। ਅਸੀਂ ਦੋ ਤਰ੍ਹਾਂ ਹਿੰਦੁਸਤਾਨ ਨੂੰ ਕੋਲੈਪਸ ਵੱਲ ਲਿਜਾ ਰਹੇ, ਇੱਕ ਤਾਂ ਇਕਨੋਮਿਕ ਲੈਵਲ 'ਤੇ, ਇੱਕ ਜਿਹੜੀ ਹੈ ਲੋਕਾਂ 'ਚ ਏਕਤਾ ਨਹੀਂ ਹੈ, ਤੁਸੀਂ ਇੱਕ ਦੂਜੇ 'ਤੇ ਨਫ਼ਰਤ ਖੜੀ ਕਰ ਰਹੇ ਹੋ। ਅਸੀਂ ਕਈ ਸੰਕਟਾਂ 'ਚੋਂ ਲੰਘੇ, ਅੰਗਰੇਜ਼ਾਂ ਦੇ ਵੇਲੇ ਵੀ ਮਤਲਬ ਸੰਕਟ ਆਉਂਦੇ ਸੀ, ਅਕਾਲ ਹੁੰਦੇ ਸੀ, ਲੇਕਿਨ ਉਦੋਂ ਲੋਕ ਜੁੜ ਕੇ ਉਹਦਾ ਹੱਲ ਕੱਢ ਲੈਂਦੇ ਸੀ। ਹੁਣ ਅਸੀਂ ਆਪਸ ਵਿੱਚ ਵੀ ਵੰਡੇ ਹੋਏ, ਇੱਕ ਦੂਜੇ ਵੱਲ ਤੁਸੀਂ ਸ਼ੱਕ ਦੀ ਨਜ਼ਰ ਨਾਲ ਕਰ ਰਹੇ ਹੋ। ਕਰਜ਼ੇ ਦੀ ਜਿੱਤੇ ਕਮਾਈ ਦੀ ਰੇਸ਼ੋ ਬਰਾਬਰ ਹੋ ਗਈ, ਜਿੰਨਾ ਕਮਾਓਗੇ ਉਹ ਸਾਰਾ ਕਰਜ਼ੇ 'ਚ ਜਾਣਾ। ਇਹਦਾ ਮਤਲਬ ਕਿ ਤੁਸੀਂ ਆਪਣੀਆਂ ਪ੍ਰੋਬਲਮਸ ਵਾਸਤੇ ਗਾਂ ਆਉਣ ਵਾਲੇ ਸਮੇਂ 'ਚ ਮਤਲਬ ਡਿਪੈਂਡੈਂਟ ਹੋਵੋਗੇ। बीते दिनों ही जिहड़ा एक RBI ਵੱਲੋਂ एक आंकड़ा जारी किया गया जिस दे चलते पंजाब के उत्ते जिहड़ा कर्जा है वो 3 लाख करोड़ जिहड़ा पहुँच चुका है। तो एक आदमी की गल करिए पंजाब विच जिहड़ा कर्जा उन्हां दे उत्ते जिहड़ा 1 लाख तो उपर पहुँच गया। तुहानूं कि तस्वीरां विखा रहे कि जिहड़ा इंटरस्ट का जिहड़ा कर्जा पूरे भारत का वो जिहड़ा लगातार वधदा जा रहा है। सरकारी वैबसाइट आ आंकड़ा तुहानूं विखा रहा कि लगातार जिहड़ा इंटरस्ट है जिहड़ा भारत सरकार ने लिता उस जिहड़ा इंटरस्ट लगातार वधदा जा रहा है। साडे नाल इस वक्त बुद्धिजीवी ने प्रोफैसर जगमोहन सिंह जी ने गलबात कर रहे हैं। सर आंकड़ा जारी किया सीगा पंजाब का जिहड़ा कर्जा है लगातार वधदा जा रहा है। जे गल करिए 1981 की तो GDP जे पंजाब की गल करिए सब तो वधिया पहले नंबर की GDP जी है पूरे भारत के बाकी स्टेटों नालों पंजाब की होंदी सी, पर हुण किते ना किते थल्ले आंदी जा रही है। की लगदा सर आने वाले हालात की बन जाएंगे पंजाब दे विच? ਉਹਦੇ 'ਚ ਅਜੇ ਜਦੋਂ 83-84 ਦਾ ਪੀਰੀਅਡ ਜਿਹੜਾ ਸੀ ਉਹ ਸਾਡੀ ਪੁਰਾਣੀ ਅਰਥ ਵਿਵਸਥਾ ਦੇ ਅਸੂਲਾਂ ਨਾਲ ਚੱਲ ਰਿਹਾ ਸੀ। ਫਿਰ 90-91 ਆ ਗਿਆ। 90-91 ਵਿੱਚ ਵੀ ਸਾਡਾ ਮਤਲਬ 7000 ਕਰੋੜ ਸੀਗਾ, ਮਤਲਬ ਹੁਣ ਜਿਹੜਾ 3 ਲੱਖ ਕਰੋੜ ਹੋ ਗਿਆ। ਔਰ ਜੇ ਆਪਾਂ ਨੂੰ ਦੇਖੀਏ ਤਾਂ ਹਰ ਬੱਚੇ ਦੇ ਸਿਰ 'ਤੇ 50,000 ਦਾ ਮਤਲਬ ਹੈ, ਕਿਉਂਕਿ 3 ਕਰੋੜ ਦੀ ਆਬਾਦੀ ਦੇ ਉੱਤੇ 3 ਲੱਖ ਕਰੋੜ ਮਿਲਾਵੇ ਤੇ 3 ਲੱਖ ਮਤਲਬ ਜਿਹੜਾ ਹੈਗਾ ਉਹ ਉਹਦੇ 'ਚ 1 ਕਰੋੜ ਤਾਂ ਆਉਂਦਾ, 3 ਕਰੋੜ ਤੇ ਮਤਲਬ ਉਹਨੂੰ ਆਪਾਂ ਵੰਡ ਕੇ ਕਰ ਸਕਦੇ ਹੈਗੇ। ਤੋ ਇਹ ਤੇ ਮਤਲਬ ਹੁਣ ਦੇ ਹਾਲਾਤ ਨੇ, ਪਰ ਇਹਦੇ ਵਿੱਚ ਜਿਹੜੀ ਮਿਸਮੈਨੇਜਮੈਂਟ ਹੋਈ ਔਰ ਜਿਹੜਾ ਉਹ ਅਰਥ ਵਿਵਸਥਾ ਦਾ ਤਰੀਕਾ ਹੀ ਹੈ ਉਹਨਾਂ ਦਾ ਇਹ ਤਰੀਕਾ ਕਿ ਵੀ ਤੁਸੀਂ ਅਮੀਰਾਂ ਤੋਂ ਘੱਟ ਟੈਕਸ ਲਾਓ ਤੇ ਸ਼ਾਇਦ ਤਰੱਕੀ ਹੋਵੇ, ਲੇਕਿਨ ਅਮੀਰਾਂ ਦਾ ਤੇ ਤਰੱਕੀ ਹੋ ਜਾਂਦੀ ਹੈ, ਉਹਨਾਂ ਨੂੰ ਪੈਸਾ ਬਣ ਜਾਂਦਾ, ਲੇਕਿਨ ਉਹ ਕਮਾਈ ਕਿੱਥੋਂ ਆਉਣੀ ਹੈ? ਉਹ ਲੋਕਾਂ ਦੇ ਉੱਤੇ ਕਰਜ਼ਾ ਵਧਾ ਕੇ, ਮਹਿੰਗਾਈ ਵਧਾ ਕੇ। ਹੁਣ ਮਹਿੰਗਾਈ ਵੀ ਜਿਹੜੀ ਅੱਜ ਵੱਧ ਰਹੀ ਹੈ ਉਹ ਕਰਜ਼ੇ ਕਰਕੇ ਉਹਦੇ ਕਰਕੇ ਨਹੀਂ ਵੱਧ ਰਹੀ ਕਿ ਲੋਕਾਂ ਕੋਲ ਪੈਸੇ ਜ਼ਿਆਦਾ ਆ ਗਏ। ਦੋ ਤਰੀਕੇ ਨਾਲ ਅਸੀਂ ਕਹਿੰਦੇ ਮਹਿੰਗਾਈ ਵੱਧਦੀ ਹੈ। ਇੱਕ ਮਹਿੰਗਾਈ ਵੱਧਦੀ ਹੈ ਕਿ ਲੋਕਾਂ ਦੀਆਂ ਤਨਖਾਹਾਂ ਵੱਧ ਗਈਆਂ, ਉਹਨਾਂ ਕੋਲ ਜ਼ਿਆਦਾ ਪੈਸਾ ਆ ਗਿਆ ਔਰ ਉਹ ਚੀਜ਼ਾਂ ਘੱਟ ਨੇ ਤੇ ਉਹ ਮਤਲਬ, ਲੇਕਿਨ ਹੁਣ ਜਿਹੜਾ ਹੈ ਲੋਕਾਂ ਦੀ ਖਰੀਦ ਸ਼ਕਤੀ ਤਾਂ ਹੈ ਨਹੀਂ, ਲੇਕਿਨ ਜਿਹੜਾ ਪ੍ਰੋਫਿਟ ਹੈ ਉਹ ਵਧਾ ਰਹੇ ਨੇ। ਜਿਹੜਾ ਕੁਛ ਹੱਦ ਤੱਕ ਜਿੱਦਾਂ ਪਿੱਛੇ ਇੱਕ ਸਟੇਟ ਆਈ ਸੀ ਕਿ ਵੀ ਉਹਨਾਂ ਨੇ ਉਹ ਇੱਦਾਂ ਕੀਤਾ ਕਿ ਤੁਸੀਂ ਜਿਹੜੀ ਚੀਜ਼ ਹੈ ਉਹਨੂੰ ਉਹਦਾ ਥੋੜ੍ਹਾ ਨਾਪ ਘਟਾ ਦਿਓ, ਕਿ ਜਿਹੜੇ ਤੁਹਾਨੂੰ ਬਿਸਕੁਟ ਜਿਹੜੇ ਨੇ ਉਹ 50 ਗ੍ਰਾਮ ਦੇ ਮਿਲਦੇ ਸੀ ਉਹ 45 ਗ੍ਰਾਮ ਦੇ ਕਰ ਦਿਓ, ਅਤੇ ਉਹਦੇ ਨਾਲ ਉਹਨਾਂ ਦਾ ਪ੍ਰੋਫਿਟ ਵੱਧ ਜਾਏਗਾ, ਲੇਕਿਨ ਤੁਹਾਨੂੰ ਉਹੀ 2 ਰੁਪਈਏ ਦੇਣੇ ਪੈਣਗੇ। ਤਾਂ ਇਹ ਜਿਹੜਾ ਪ੍ਰੋਫਿਟ ਕਾਰਪੋਰੇਟ ਦਾ ਵਧਣਾ ਉਹਦੇ ਕਰਕੇ ਮਹਿੰਗਾਈ ਹੈਗੀ। ਦੂਜੇ ਬੰਨੇ ਹੈਗਾ ਕਿ ਕਮਾਈ ਅਸੀਂ ਵਧਾ ਨਹੀਂ ਰਹੇ। ਜਿੰਨਾ ਵੀ ਤੁਸੀਂ ਦੇਖੋ ਕਿ ਕਹਿੰਦੇ ਜੀ 7 ਕਰੋੜ ਮਹਿਲਾਵਾਂ ਨੂੰ ਸਿਲੰਡਰ ਦੇ ਦਿੱਤੇ, ਲੇਕਿਨ ਉਹ ਸਿਲੰਡਰ 'ਤੇ ਜਿਹੜੀ ਮਤਲਬ ਕੰਪਨੀ ਹੈ ਗੈਸ ਵਾਲੀ ਉਹਦੇ ਗਾਹਕ ਬਣਾਏ ਤੇ, ਲੇਕਿਨ ਉਹਨਾਂ ਨੂੰ ਕਮਾਉਣ ਜੋਗੇ ਤਾਂ ਕੀਤਾ ਨਹੀਂ। ਇਸੇ ਕਰਕੇ ਉਹਨਾਂ ਨੇ ਬਾਅਦ ਵਿੱਚ ਉਹ ਕਮਾਈ ਜਿਹੜੀ ਹੈ ਉਹ ਉਹਨਾਂ ਦੀ ਖਤਮ ਹੋ ਗਈ। ਤਾਂ ਇਹ ਜਿਹੜਾ ਸਾਰਾ ਪ੍ਰੋਸੈਸ ਹੈ ਉਹਦੇ ਵਿੱਚ ਹੁਣ ਪੰਜਾਬ ਦਾ ਵੀ ਹੈ ਕਿ ਇਸ ਵੇਲੇ ਪੰਜਾਬ ਨੰਬਰ 1 'ਤੇ ਹੈ ਜਿੱਥੇ ਤੱਕ ਜੇ ਕਰਜ਼ੇ ਦੀ ਰੇਸ਼ੋ ਲਈ ਜਾਵੇ, ਕਿਉਂਕਿ ਜਿੱਦਾਂ ਆਪਾਂ ਘਰ ਵਿੱਚ ਵੀ ਦੇਖਦੇ ਹਾਂ ਕਿ ਵੀ ਇੰਨਾ ਕੁ ਮੇਰੀ ਕਮਾਈ ਹੈ, ਇਹਦੇ 'ਚ ਇੰਨਾ ਕੁ ਮੈਂ ਕਰਜ਼ਾ ਲੈ ਕੇ ਸੁਖੀ ਰਹਿ ਸਕਦਾ। ਤੁਸੀਂ ਕਰਜ਼ਾ ਲੈ ਕੇ ਚੀਜ਼ਾਂ ਲੈਂਦੇ ਹੋ, ਕੋਈ ਹਰਜ ਨਹੀਂ ਹੈ, ਲੇਕਿਨ ਹੈ ਕਿ ਉਹ 20-25% 30% ਤੱਕ ਹੈ, ਤਾਂ ਕਿ 80% ਤੁਹਾਡਾ ਜਿਹੜੀਆਂ ਹੋਰ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰੋ। ਲੇਕਿਨ ਹੁਣ ਜੇ ਤੁਹਾਡੀ ਇੰਡੀਆ ਗਵਰਨਮੈਂਟ ਦਾ ਜਿਹੜਾ ਤੁਸੀਂ ਅੰਕੜਾ ਦੇਖ ਰਹੇ ਸੀ ਉਹਨਾਂ ਦਾ ਆਲਮੋਸਟ 100% ਦਾ ਮਤਲਬ ਕਿ ਬਰਾਬਰ ਹੈ ਕਿ ਜਿੰਨਾ ਰੈਵਨਿਊ ਇਕੱਠਾ ਕਰ ਰਹੇ ਨੇ ਉਹ ਬਾਹਰ ਵੰਡ ਰਹੇ ਨੇ,
ਉਹ ਲੋਕਾਂ ਦੇ ਭਲੇ 'ਚ ਉਹਦੇ 'ਚ ਕੁਝ ਨਹੀਂ ਹੋਣਾ, ਉਹ ਭਰਮ ਹੋਣਗੇ। ਔਰ ਜਿਹੜਾ ਵੀ ਅੱਜ ਦਿਖਾਇਆ ਜਾ ਰਿਹਾ ਤਰੱਕੀ ਹੋ ਰਹੀ ਹੈ, ਆ ਪੁਲ ਬਣ ਰਹੇ ਨੇ, ਇਹ ਸਾਰੇ ਕਰਜ਼ੇ ਦੇ ਨੇ, ਇਹਦਾ ਹੀ ਕਰਜ਼ਾ ਵੱਧ ਰਿਹਾ, ਇਹੀ ਇਹਦਾ ਵਿਆਜ ਵੱਧ ਰਿਹਾ। ਕਿਉਂਕਿ ਉਹ ਅਸੀਂ 10% ਵਿਆਜ ਵਰਲਡ ਬੈਂਕ ਨੂੰ ਦਿੰਦੇ ਹਾਂ, ਜਦੋਂ ਕਿ ਤੁਸੀਂ ਆਪਣੇ ਘਰਦਿਆਂ ਨੂੰ 5-6% ਤੋਂ ਵੱਧ ਵਿਆਜ ਨਹੀਂ ਦੇ ਰਹੇ। ਜਿਹੜਾ ਉਹਨਾਂ ਦਾ ਪੈਸਾ ਲੈ ਕੇ FD ਵੀ ਹੋ ਰਹੀ ਹੈ, ਉਹਦੇ 'ਤੇ ਵੀ ਨਹੀਂ ਆ ਰਿਹਾ। ਤਾਂ ਇਹ ਜਿਹੜਾ ਪ੍ਰੋਸੈਸ ਹੈ, ਇਹ ਅੱਜ ਮਤਲਬ ਹੈਗਾ। ਔਰ ਇਹੀ ਆਪਾਂ ਜਿਹੜਾ ਲੰਕਾ, ਕਿਉਂਕਿ ਅੱਜ ਇੱਕ ਆਪਣੇ ਸਾਹਮਣੇ ਐਗਜ਼ਾਮਪਲ ਹੈ, ਲੰਕਾ ਵਿੱਚ ਵੀ ਇਹੀ ਹੋਇਆ ਕਿ ਪਹਿਲਾਂ ਤੁਸੀਂ ਇਹਦੇ ਨਾਂ ਦੇ ਉੱਤੇ ਵੀ ਚੀਜ਼ਾਂ ਕਿਉਂਕਿ ਬਾਹਰੋਂ ਖਰੀਦ ਕੇ ਲੈਣੀਆਂ, ਅਸੀਂ ਆਪਣੀ ਜਿਹੜੀ ਆ ਮੰਨ ਲਓ ਹੁਣ ਖਾਦ ਦੀ ਹੈ, ਆਪਣੀ ਕਪੈਸਿਟੀ ਜਿਹੜੀ ਆ ਉਹ ਅਸੀਂ ਹੌਲੀ ਹੌਲੀ ਖ਼ਤਮ ਕਰ ਲਈ ਖਾਦ ਪੈਦਾ ਕਰਨ ਦੀ, ਔਰ ਬਾਹਰੋਂ ਮੰਗਵਾਉਣੀ ਹੈ। ਬਾਹਰੋਂ ਹੁਣ ਉਹ ਇੰਟਰਨੈਸ਼ਨਲ ਉੱਤੇ ਡਿਪੈਂਡ ਕਰਦੀ ਹੈ। ਔਰ ਜੇ ਖਾਦ ਨਹੀਂ ਆਉਂਦੀ, ਲੰਕਾ 'ਚ ਇਹੀ ਕੀਤਾ ਕਿਸੇ ਨੇ, ਮਤਲਬ ਕਿਉਂਕਿ ਉਹ ਫਿਰ ਬਿਊਰੋਕਰੈਟ ਦੂਜੀ ਤਰ੍ਹਾਂ ਸੋਚਦਾ, ਉਹ ਭਲੇ ਨਹੀਂ ਸੋਚਦਾ। ਜਿਹੜਾ ਨੌਕਰਸ਼ਾਹ ਹੈ, ਉਹਨਾਂ ਨੇ ਉਹਨੂੰ ਕਿਹਾ ਕਿ ਵੀ ਇੱਦਾਂ ਕਰਦੇ ਆਪਾਂ ਖਾਦ ਮੰਗਵਾਉਂਦੇ ਹੀ ਨਹੀਂ। ਔਰ ਨਾਲ ਇਹ ਕਹਿ ਦਿੱਤਾ ਕਿ ਜੇ ਤੁਸੀਂ ਆਰਗੈਨਿਕ ਖੇਤੀ ਹੋਊਗੀ ਨਾ ਤਾਂ ਬਾਅਦ ਚੰਗੀ ਵਿਕੂਗੀ। ਔਰ ਉਹਨਾਂ ਨੇ ਖਾਦ ਨਹੀਂ ਮੰਗਵਾਈ, ਉਹਨਾਂ ਦੀ ਚਾਹ ਜਿਹੜੀ ਹੈ ਉਹ ਅੱਧੀ ਪ੍ਰੋਡਕਸ਼ਨ ਰਹਿ ਗਈ। ਅਤੇ ਉਹ ਇੱਕ ਕ੍ਰਾਈਸਿਸ ਦਾ ਹਿੱਸਾ ਸੀ। ਦੂਜਾ ਕ੍ਰਾਈਸਿਸ ਦਾ ਹਿੱਸਾ ਇਹ ਸੀ ਵੀ ਕਰਜ਼ੇ ਦੀ ਰੇਸ਼ੋ ਜਿਹੜੀ ਉਹਨਾਂ ਦੀ ਉਹ ਆਲਮੋਸਟ 125-150% ਹੋ ਗਈ GDP ਦੀ। ਉਹ ਇਹ ਸਾਰਾ ਕਲੈਪਸ ਦਾ ਮਤਲਬ ਹੈ। ਜਿਹੜਾ ਅਮ੍ਰਿਤਿਆ ਸੈਨ ਨੇ ਬਿਲਕੁਲ ਠੀਕ ਕਿਹਾ ਕਿ ਅਸੀਂ ਦੋ ਤਰ੍ਹਾਂ ਹਿੰਦੁਸਤਾਨ ਨੂੰ ਕਲੈਪਸ ਵੱਲ ਲਿਜਾ ਰਹੇ, ਇੱਕ ਤਾਂ ਇਕਨੋਮਿਕ ਲੈਵਲ 'ਤੇ, ਇੱਕ ਜਿਹੜੀ ਹੈ ਲੋਕਾਂ 'ਚ ਏਕਤਾ ਨਹੀਂ ਹੈ। ਤੁਸੀਂ ਇੱਕ ਦੂਜੇ 'ਤੇ ਨਫ਼ਰਤ ਖੜੀ ਕਰ ਰਹੇ ਹੋ। ਇਹਦਾ ਮਤਲਬ ਹੈ ਕਿ ਲੋਕਾਂ ਨੇ ਅਗਰ ਕੋਈ ਸੰਕਟ ਆਵੇ ਤਾਂ ਲੋਕ ਸਿਰ ਜੋੜ ਕੇ ਉਹਦਾ ਮੁਕਾਬਲਾ ਕਰ ਸਕਦੇ। ਅਸੀਂ ਕਈ ਸੰਕਟਾਂ 'ਚੋਂ ਲੰਘੇ, ਅੰਗਰੇਜ਼ਾਂ ਦੇ ਵੇਲੇ ਵੀ ਮਤਲਬ ਸੰਕਟ ਆਉਂਦੇ ਸੀ, ਅਕਾਲ ਹੁੰਦੇ ਸੀ, ਲੇਕਿਨ ਉਦੋਂ ਲੋਕ ਜੁੜ ਕੇ ਉਹਦਾ ਹੱਲ ਕੱਢ ਲੈਂਦੇ ਸੀ। ਹੁਣ ਅਸੀਂ ਆਪਸ ਵਿੱਚ ਵੀ ਵੰਡੇ ਹੋਏ, ਇੱਕ ਦੂਜੇ ਵੱਲ ਤੁਸੀਂ ਸ਼ੱਕ ਦੀ ਨਜ਼ਰ ਨਾਲ ਕਰ ਰਹੇ ਹੋ। ਤੋ ਇਹ ਇਸ ਕਰਕੇ ਜਿਹੜਾ ਮਤਲਬ ਆਉਣ ਵਾਲਾ ਸਮਾਂ ਹੈ ਉਹ ਵਾਕਿਆ ਸਾਡੇ ਲਈ ਇੱਕ ਚੈਲੰਜ ਹੋਏਗਾ। ਪਰ ਉਹਦੇ ਸਰਕਾਰਾਂ ਲਈ ਇਹ ਹੈ ਕਿ ਜੇ ਕੋਈ ਸਮਝੇ ਕਿ ਮੇਰੇ ਕੋਲ ਕੋਈ ਝੁਰਲੂ ਹੈ ਅਤੇ ਮੈਂ ਸਾਰੇ ਹੱਲ ਕਰ ਦਿਆਂਗਾ, ਕਿਸੇ ਕੋਲ ਕੋਈ ਮੈਜਿਕ ਵੈਂਡ ਨਹੀਂ ਹੈ, ਕਿਸੇ ਕੋਲ ਜਾਦੂਗਰੀ ਨਹੀਂ ਹੈ, ਉਹ ਨਾ ਜਾਦੂਗਰੀ ਦਿਖਾਉਣੀ ਚਾਹੀਦੀ ਹੈ। ਸਰ ਜਿਸ ਸਗੋਂ ਹੈ ਕਿ ਲੋਕਾਂ ਅੱਗੇ ਝੋਲੀ ਆ ਰਹੀ ਵੀ ਤੁਸੀਂ ਸਾਨੂੰ ਤਾਕਤ ਦਿੱਤੀ, ਸਾਡੇ ਕੋਲ ਕੁਝ ਨਹੀਂ ਹੈ, ਤੁਸੀਂ ਲੋਕ ਹੱਲ ਕਰ ਸਕਦੇ। ਬਿਲਕੁਲ ਸਰ, ਜਿਸ ਤਰ੍ਹਾਂ ਸਰਕਾਰ ਬਣਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਵੀ ਕਾਫੀ ਵੱਡੇ ਫ੍ਰੀ ਬੀਸ ਦੇ ਵਾਅਦੇ ਵੀ ਕੀਤੇ ਗਏ, ਜਾਂ ਬਿਜਲੀ ਦੇ ਹੋਏ ਫ੍ਰੀ ਦੇਣ ਦੀ ਗੱਲ ਕੀਤੀ ਜਾਵੇ, ਜਾਂ ਮੁਹੱਲਾ ਕਲੀਨਿਕ। ਅਤੇ ਭਗਵੰਤ ਮਾਨ ਦੀ ਗੱਲ ਕਰਦੇ ਉਹ ਵੀ ਇਹ ਕਹਿੰਦੇ ਸੀ ਕਿ ਪੰਜਾਬ ਕੋਲ ਜਿਹੜਾ ਵਾ ਕਿਸੇ ਚੀਜ਼ ਦੀ ਕਮੀ ਨਹੀਂ ਆ, ਬਹੁਤ ਮੁਨਾਫਾ ਹੁੰਦਾ, ਬਹੁਤ ਪੈਸਾ। ਪਰ ਕਿਤੇ ਨਾ ਕਿਤੇ ਹੁਣ ਜੋ ਆਂਕੜਾ ਆ ਰਿਹਾ ਵਾ, ਕੀ ਲੱਗਦਾ ਸਰ ਪੰਜਾਬ ਦੀ ਕੀ ਸਥਿਤੀ ਹੋਏਗੀ? ਦੇਖੋ, ਪੰਜਾਬ ਦਾ ਜਿਹੜਾ ਕਰਜ਼ੇ ਦਾ ਰੇਸ਼ੋ ਹੈ ਉਹ 57% ਤੋਂ ਉੱਪਰ ਹੈ। ਮਤਲਬ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਸ ਤੋਂ 60% ਹੋ ਗਈ ਹੋਵੇ, ਕਿਉਂਕਿ ਉਹ 'ਤੇ ਵੱਧ ਰਿਹਾ ਨਾ, ਜਦੋਂ ਤੁਹਾਨੂੰ ਦੱਸਿਆ ਮੀਟਰ 'ਤੇ ਉਹ 'ਤੇ ਵੱਧ ਹੀ ਰਿਹਾ, ਉਹਦੇ 'ਤੇ ਰੋਕ ਕੋਈ ਨਹੀਂ ਹੈ। ਔਰ ਉਹ ਇਹੋ ਜਿਹੇ ਤੁਸੀਂ ਬਾਣੀਆਂ ਕੋਲ ਲਿਆ ਹੋਇਆ ਜਿਹੜਾ ਕਹਿੰਦਾ ਕਿ ਵਿਆਜ 'ਤੇ ਦਿਓ, ਪਹਿਲਾਂ ਮੂਲ ਤੁਹਾਡਾ ਖੜਾ ਰਹੂਗਾ, ਫਿਰ ਥੋੜ੍ਹਾ ਬਹੁਤ ਤੁਹਾਡਾ ਵਿਆਜ ਘੱਟ ਸਕਦਾ, ਕਿਉਂਕਿ ਵਿਆਜ ਦੇ ਉੱਤੇ ਵਿਆਜ ਲੈਂਦੇ ਨੇ। ਜੇ ਅਸੀਂ ਨਹੀਂ ਦੇ ਪਾਉਂਦੇ ਤਾਂ ਉਹ ਹੋਰ ਜ਼ਿਆਦਾ ਵਿਆਜ ਮਿਲ ਦਿੰਦੇ ਨੇ। ਸਾਰੇ ਦੇਸ਼ਾਂ 'ਚ ਇਹ ਹੋਇਆ। ਤੋ ਇਸ ਕਰਕੇ ਮੈਂ ਸਮਝਦਾ ਕਿ ਵੀ ਲੋਕਾਂ ਨੂੰ ਵੀ ਇਸ ਭਰਮ 'ਚੋਂ ਬਾਹਰ ਨਿਕਲਣਾ ਚਾਹੀਦਾ ਕਿ ਉਹ ਆਪ ਸਿਰ ਜੋੜ ਕੇ ਆਪਣੀਆਂ ਪ੍ਰੋਬਲਮਸ ਨੂੰ, ਕਿ ਉਹ ਹੌਸਲੇ ਲੈਵਲ 'ਤੇ ਪਿੰਡ ਆਪਣੇ ਲੋਕਾਂ ਨੂੰ ਘੱਟੋ ਘੱਟ ਰੋਟੀ ਖਾਣ ਜੋਗੇ ਕਿਵੇਂ ਕਰ ਸਕਦਾ, ਇਹ ਉਹਦੇ ਕੋਲ ਹੈ। ਉਹ ਵੰਡ ਕੇ ਕਿਵੇਂ ਖਾਣਾ ਹੈ, ਉਹ ਗੁਰੂ ਨਾਨਕ ਕਹਿ ਗਏ ਸੀ ਕਿ ਵੀ ਕਿਰਤ ਵਿੱਚ ਯਕੀਨ ਰੱਖੋ ਅਤੇ ਵੰਡ ਕੇ ਖਾਓ। ਮੈਨੂੰ ਲੱਗਦਾ ਅਸੀਂ ਫਿਰ ਵਾਪਸ ਉਹ ਸਮਝਦਾਰੀ ਨੂੰ ਕਰ ਸਕਦੇ ਹਾਂ। ਲੋਕਾਂ ਨੇ ਹੱਲ ਕਰਨੇ ਨੇ ਮਸਲੇ, ਸਰਕਾਰਾਂ ਨੇ ਨਹੀਂ ਕਰਨੇ। ਸਰ ਜਿਹੜਾ ਡਾਲਰ ਦੀ ਗੱਲ ਕਰੀਏ, USD ਡਾਲਰ ਦੀ ਰਿਕਾਰਡ ਤੋੜ ਜਿਹੜਾ 80 ਰੁਪਏ ਤਕਰੀਬਨ ਪਹੁੰਚ ਚੁੱਕਾ ਵਾ, ਜੋ ਪਹਿਲੀ ਵਾਰ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਇੰਨਾ ਉੱਪਰ ਜਾ ਚੁੱਕਾ ਵਾ। ਲਗਾਤਾਰ 100 ਦਾ ਵੀ ਆਂਕੜਾ ਜਲਦੀ ਛੂ ਲੂਗਾ। ਕੀ ਲੱਗਦਾ ਸਰ, ਇੰਡੀਆ ਦੀ ਇਕਨੋਮੀ ਦੀ ਗੱਲ ਕਰਦੇ ਆ, ਕਿੰਨਾ ਕੁ ਨੁਕਸਾਨ ਹੋਣ ਲੱਗਾ? ਦੇਖੋ, ਇਹ ਮੈਨੂੰ ਸਭ ਤੋਂ ਠੀਕ ਲੱਗਾ, ਕਿਉਂਕਿ ਉਹ ਜਿਹੜੇ ਮਲੇਸ਼ੀਆ ਦੇ ਬਹੁਤ 94 ਸਾਲ ਦੇ ਮਤਲਬ ਪੋਲੀਟੀਸ਼ੀਅਨ ਹੈ, ਉਹ ਕਹਿੰਦਾ ਵੀ ਸਾਡੀ ਏਸ਼ੀਆ ਦੀ ਹਾਲਤ ਇਹ ਹੈ ਕਿ ਸਾਡੀ ਇਕੋਨਮੀ ਨੂੰ, ਸਾਡੀ ਘੱਟੋ ਘੱਟ ਫੋਰਨ ਐਕਸਚੇਂਜ ਨੂੰ, ਰੁਪਈਏ ਦੀ ਕੀਮਤ ਨੂੰ ਮਤਲਬ ਬੈਠੇ ਹੋਏ ਆਸਟ੍ਰੇਲੀਆ, ਇਟਲੀ, ਅਮਰੀਕਾ, ਇੰਗਲੈਂਡ ਵਾਲੇ ਕਰਦੇ ਨੇ। ਅਤੇ ਉਹਨਾਂ ਦਾ ਇੱਕੋ ਹੀ ਤਰੀਕਾ ਹੁੰਦਾ ਵੀ ਤੁਹਾਡੇ 'ਤੇ ਕਿਵੇਂ ਤੁਹਾਨੂੰ ਮਤਲਬ ਕਾਬੂ ਕਰਨਾ। ਇਹ ਇੰਟਰਨੈਸ਼ਨਲ ਲੈਵਲ 'ਤੇ ਚੱਲਦਾ। ਉਹ ਹੁਣ ਇੱਕ ਬਹਾਨਾ ਬਣਾ ਕੇ ਉਹ ਹੁਣ ਕੀ ਕਰ ਰਹੇ ਨੇ, ਉਹ ਆਪਣਾ ਪੈਸਾ ਵਾਪਸ ਲਿਜਾ ਰਹੇ। ਅਸੀਂ ਜਿੱਥੇ ਬੜੇ ਬਗਲਾ ਮਾਰਦੇ ਸਾਡੇ ਕੋਲ ਬੜਾ ਪੈਸਾ ਹੈ ਜੀ, ਬੜੀ ਫੋਰਨ ਐਕਸਚੇਂਜ ਹੈ, ਅਸੀਂ ਬਾਹਰੋਂ ਜਿਹੜੀਆਂ ਇੰਪੋਰਟ ਕਰ ਸਕਦੇ ਹਾਂ, ਉਹਦਾ ਵਾਪਸ ਕਰ ਸਕਦੇ ਹਾਂ, ਲੇਕਿਨ ਉਹਦੀ ਬਜਾਏ ਉਹ ਹੁਣ ਆਪਣਾ ਵਾਪਸ ਲਿਜਾ ਰਹੇ ਨੇ। ਹੁਣ ਡਾਲਰ ਦੀ ਕਿਉਂ ਕੀਮਤ ਘਟ ਰਹੀ ਹੈ? ਕਿਉਂਕਿ ਤੁਹਾਡੇ ਕੋਲ ਸਪੋਰਟ ਵਾਸਤੇ ਕੁਝ ਨਾ ਤਾਂ ਕਮਾਈ ਹੈ, ਔਰ ਨਾ ਉਹਦੇ ਨਾਲ ਕੋਈ ਹੈਗਾ, ਤੁਸੀਂ ਮਤਲਬ ਉਹਨੂੰ ਵਾਪਸ ਕਰਨ ਦੇ ਚੱਕਰ 'ਚ ਮਤਲਬ ਵੱਧ ਰਿਹਾ। ਔਰ ਇਹ ਕ੍ਰਾਈਸਿਸ ਦਾ ਦੂਜਾ ਪਾਰਟ ਹੈ। ਇੱਕ ਤਾਂ ਤੁਹਾਡੀ ਮਤਲਬ ਕਰਜ਼ੇ ਦੀ ਜਿੱਤੇ ਕਮਾਈ ਦੀ ਰੇਸ਼ੋ ਬਰਾਬਰ ਹੋ ਗਈ, ਜਿੰਨਾ ਕਮਾਓਗੇ ਉਹ ਸਾਰਾ ਕਰਜ਼ੇ 'ਚ ਜਾਣਾ। ਇਹਦਾ ਮਤਲਬ ਕਿ ਤੁਸੀਂ ਆਪਣੀਆਂ ਪ੍ਰੋਬਲਮਸ ਵਾਸਤੇ ਗਾਂਹ ਆਉਣ ਵਾਲੇ ਸਮੇਂ 'ਚ ਮਤਲਬ ਡਿਪੈਂਡੈਂਟ ਹੋਵੋਗੇ। ਦੂਜਾ ਤਰੀਕਾ ਇਹ ਹੈ ਕਿ ਵੀ ਹੁਣੇ
ਜਿਹੜੀ ਖਤਰਨਾਕ ਅੰਕੜਾ ਆ ਰਿਹਾ ਹੈ ਰਿਜ਼ਰਵ ਬੈਂਕ ਦਾ ਹੀ ਹੈ ਕਿ ਤੁਹਾਡੀ ਜਿੰਨੀ ਫੋਰਨ ਐਕਸਚੇਂਜ ਇਸ ਵੇਲੇ ਪਈ ਹੋਈ ਹੈ ਇਹਦੇ 'ਚੋਂ ਅੱਧੀ ਫੋਰਨ ਐਕਸਚੇਂਜ ਜਿਹੜੀ ਹੈ ਉਹ ਤੁਸੀਂ ਸ਼ਾਰਟ ਟਰਮ ਅਸੀਂ 90 ਦਿਨ ਦੇ ਸਾਲ ਦੇ 2 ਸਾਲ ਦੇ ਉੱਦਾਂ ਦੇ ਲਏ ਹੋਏ ਨੇ। ਔਰ ਉਹਦੇ ਵਿੱਚ ਕਿਉਂਕਿ ਸਰਕਾਰਾਂ ਨੇ ਉਦੋਂ ਤੇ ਚਲਾ ਲਿਆ ਕਿ ਵੀ ਆ ਗਿਆ ਪੈਸਾ ਅਸੀਂ ਜਿੱਦਾਂ ਮਰਜ਼ੀ ਵਰਤ ਲਈਏ, ਲੇਕਿਨ ਉਹਦੇ ਵਿੱਚੋਂ ਕਮਾਈ ਤਾਂ ਹੋਈ ਨਹੀਂ। ਔਰ ਉਹ ਜਿਹੜਾ ਹੈ ਉਹ ਤੁਹਾਡਾ ਜਦੋਂ ਅੱਧੀ ਫੋਰਨ ਐਕਸਚੇਂਜ ਗਈ ਤੇ ਇਹਦਾ ਮਤਲਬ ਕਿ ਜੇ ਹੁਣ 80 ਤੇ ਹੈਗਾ ਤੇ ਉਹ ਗਾਂ ਕਿੱਥੇ ਪਹੁੰਚੇਗਾ, ਵੱਧਦਾ ਜਾਊਗਾ। ਮਤਲਬ ਜਿਸ ਤਰ੍ਹਾਂ ਗੱਲ ਕਰੀਏ ਭਾਰਤ ਦੀ ਤਾਂ ਭਾਰਤ ਦੇ ਸਿਰ ਵੀ ਕਾਫੀ ਕਰਜ਼ਾ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਭਾਰਤ ਜਿਹੜੇ ਆਪਣੇ ਛੋਟੇ ਉਸ ਦੇ ਨਾਲ ਜਿਹੜੇ ਦੇਸ਼ ਲੱਗਦੇ ਨੇ ਨੇਬਰਿੰਗ ਕੰਟਰੀਜ਼, ਚਾਹੇ ਅਫਗਾਨਿਸਤਾਨ ਹੋਏ, ਨੇਪਾਲ ਹੋਣ ਜਾਂ ਬੰਗਲਾਦੇਸ਼ ਹੋਏ, ਸ਼੍ਰੀਲੰਕਾ ਦੀ ਵੀ ਅਸੀਂ ਗੱਲਬਾਤ ਕਿਉਂਕਿ ਸ਼੍ਰੀਲੰਕਾ ਵਿੱਚ ਵੀ ਇਸ ਤਰ੍ਹਾਂ ਹਾਲਾਤ ਬਹੁਤ ਤਰਸਯੋਗ ਬਣੇ ਹੋਏ ਨੇ ਅਤੇ ਕਾਫੀ ਜਿਹੜਾ ਭਾਰਤ ਫਿਰ ਵੀ ਮਦਦ ਕਰ ਰਿਹਾ ਅਤੇ ਸਰ ਕਰਜ਼ਾ ਫਿਰ ਵੀ ਇੰਨਾ ਜ਼ਿਆਦਾ ਪਰ ਫਿਰ ਵੀ ਮਦਦ ਕੀਤੀ ਜਾ ਰਹੀ ਹੈ। ਦੇਖੋ ਇਹ ਮਦਦ ਜਿਹੜੀ ਹੁੰਦੀ ਹੈ ਨਾ, ਮਤਲਬ ਇਹ ਹੈ ਕਿ ਵੀ ਕਿਉਂਕਿ ਤੁਸੀਂ ਆਪਣਾ ਪ੍ਰਭੁਤਵ ਰੱਖਣਾ ਚਾਹੁੰਦੇ ਹੋ ਉੱਥੇ, ਅਤੇ ਕਈ ਵਾਰੀ ਆਪਾਂ ਮਤਲਬ ਕਰਜ਼ਾ ਲੈ ਕੇ ਦੂਜੇ ਦੀ ਮਦਦ, ਗੁਆਂਢੀ ਦੀ ਮਦਦ ਕਰਦੇ ਹਾਂ ਤਾਂ ਕਿ ਆਪਣੀ ਜਿਹੜੀ ਹੈ ਹੇਠ ਹੀ ਨਾ ਹੋਵੇ, ਤਾਂ ਕਿ ਮੇਰਾ ਉਹਦੇ ਵਿੱਚ ਥੋੜ੍ਹੀ ਹਿੱਸੇਦਾਰ ਉਹ ਫਸੇ ਹੋਏ ਨੇ। ਲੇਕਿਨ ਉੱਥੇ ਲੋਕਾਂ ਨੇ ਉਲਟਾ ਤੁਹਾਡੇ 'ਤੇ ਹੀ ਕਹਿ ਦਿੱਤਾ, ਭਾਵੇਂ ਉਹ ਖਬਰ ਬਾਅਦ ਵਿੱਚ ਡਿਨਾਈ ਕੀਤੀ ਗਈ ਕਿ ਵੀ ਤੁਸੀਂ ਜਿਹੜਾ ਬੰਦਾ ਛੱਡ ਨਹੀਂ ਸੀ ਰਿਹਾ, ਹੁਣ ਉੱਥੇ ਲੋਕ ਕਿਉਂ ਆਏ। ਲੰਕਾ ਵਿੱਚ ਕਿਉਂਕਿ ਪ੍ਰੈਜ਼ੀਡੈਂਟ ਜਿਹੜਾ ਸੀ ਉਹ ਅੜਿਆ ਹੋਇਆ ਸੀਗਾ ਕਿ ਨਹੀਂ ਮੈਂ ਨਹੀਂ ਹਟਦਾ, ਮਤਲਬ ਉਹ ਫਿਰ ਇੰਟਰਨੈਸ਼ਨਲ ਲੈਵਲ 'ਤੇ ਦੋ ਹੀ ਤਰੀਕੇ ਹੁੰਦੇ ਨੇ ਵੀ ਜਾਂ ਤਾਂ ਫਿਰ ਇਹਨੂੰ ਅੱਗੇ ਤੋਰ ਦਿਓ ਅਤੇ ਜਾਂ ਫਿਰ ਹੈ ਕਿ ਇਹਨੂੰ ਦੌੜਾ ਦਿਓ। ਇਹ ਲੋਕਾਂ ਨੇ ਉਹ ਤਰੀਕਾ ਵਰਤਿਆ ਕਿ ਵੀ ਪੂਰੀ ਜਨਤਾ ਉੱਥੇ ਪਹੁੰਚ ਜਾਏ ਅਤੇ ਆਪੇ ਦੌੜ ਜਾਏਗਾ, ਉਹ ਦੌੜ ਗਿਆ। ਲੇਕਿਨ ਹੈ ਕਿ ਉਹਦੇ ਨਾਲ ਮਸਲਾ ਹੱਲ ਨਹੀਂ ਹੁੰਦਾ, ਨਾ ਹੋਣਾ ਹੈ। ਹੁਣ ਹੈ ਕਿ ਵੀ ਉਹਦੇ 'ਚ ਹੈ ਕਿ ਲੰਕਾ ਹੋਰ ਕਰਜ਼ੇ ਵਿੱਚ ਜਾਏਗਾ। ਔਰ ਕਰਜ਼ੇਦਾਰ ਜਿਹੜਾ ਹੈਗਾ ਜਿੱਦਾਂ ਅੱਜ ਹੀ ਪਾਕਿਸਤਾਨ ਵੀ ਫਸਿਆ ਹੋਇਆ ਸੀ, ਉਹਦੇ ਨਾਲ ਹਾਲਾਂਕਿ ਪਿਛਲੇ ਪ੍ਰਾਈਮ ਮਿਨਿਸਟਰ ਦੇ ਵੇਲੇ ਦਾ ਮਤਲਬ IMF ਨਾਲ ਸਮਝੌਤਾ ਹੋਇਆ ਸੀ, ਲੇਕਿਨ ਉਹਨਾਂ ਨੇ ਰੋਕੇ ਹੋਏ ਸੀ ਪੈਸੇ। ਹੁਣ ਉਹਨਾਂ ਨੇ ਕੰਡੀਸ਼ਨ ਲਾਤੀਆਂ ਕਿ ਵੀ ਤੁਸੀਂ ਲੋਕਾਂ ਦੀਆਂ ਪੈਨਸ਼ਨਾਂ ਬੰਦ ਕਰ ਦਿਓ, ਤੁਸੀਂ ਉਹਦੇ 'ਚ ਉਹਨਾਂ ਦੇ ਆਪਣੇ ਜਿਹਨੂੰ ਉਹ ਰਿਫਾਰਮ ਕਹਿੰਦੇ ਨੇ, ਮਤਲਬ ਉਹਦੇ 'ਚ ਤੁਸੀਂ ਲੋਕਾਂ ਲਈ ਕੁਝ ਨਹੀਂ ਕਰਨਾ, ਸਿਹਤ 'ਤੇ ਖਰਚਾ ਨਹੀਂ ਕਰਨਾ, ਐਜੂਕੇਸ਼ਨ 'ਤੇ ਖਰਚਾ ਨਹੀਂ ਕਰਨਾ, ਮਤਲਬ ਹੋਰ ਜ਼ਿਆਦਾ ਟੈਕਸ ਵੱਡਿਆਂ ਨੂੰ, ਸਾਡੀ ਕਾਰਪੋਰੇਟ ਨੂੰ ਟੈਕਸ ਸਹੂਲਤ ਦਿਓ। ਉਹ ਸਾਰੀਆਂ ਮਨਾ ਕੇ ਉਹ ਥੋੜ੍ਹਾ ਪੈਸਾ ਹੋਰ ਕਰਜ਼ਾ ਦੇ ਦੇਣਗੇ। ਤਾਂ ਇਹ ਜਿਹੜੀਆਂ ਕੰਡੀਸ਼ਨਸ ਨੇ ਇਹ ਚਿੰਤਾਜਨਕ ਹੈਗੀਆਂ। ਬਿਲਕੁਲ ਚਿੰਤਾਜਨਕ ਹੈਗੀ ਆ। ਅਸੀਂ ਗੱਲਬਾਤ ਕੀਤੀ ਸੀ ਪ੍ਰੋਫੈਸਰ ਜੋ ਕਿ ਬੁੱਧੀਜੀਵੀ ਨੇ, ਪ੍ਰੋਫੈਸਰ ਜਗਮੋਹਨ ਸਿੰਘ ਜੀ ਨਾਲ ਅਸੀਂ ਗੱਲਬਾਤ ਕੀਤੀ ਸੀ। ਉਹਨਾਂ ਨੇ ਕਿਹਾ ਸੀਗਾ ਕਿ ਹਾਲਾਤ ਜਿਹੜੇ ਨੇ ਜ਼ਰੂਰ ਤਰਸਯੋਗ ਹੋ ਰਹੇ ਨੇ, ਚਿੰਤਾਜਨਕ ਹੋ ਰਹੇ ਨੇ। ਆਂਕੜਾ ਜਿਹੜਾ ਪੰਜਾਬ ਦਾ ਜਿਹੜਾ ਕਰਜ਼ੇ ਦਾ ਲਗਾਤਾਰ ਵੱਧਦਾ ਜਾ ਰਿਹਾ, 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਇਸ ਵਕਤ ਹੈਗਾ ਅਤੇ ਲਗਾਤਾਰ ਜਿਹੜਾ ਕਰਜ਼ੇ ਦਾ ਇੰਟਰਸਟ ਹੈ ਜਾਂ ਕਰਜ਼ਾ ਹੋਵੇ ਲਗਾਤਾਰ ਵੱਧਦਾ ਜਾ ਰਿਹਾ। ਵਾਅਦੇ ਜ਼ਰੂਰ ਕੀਤੇ ਜਾਂਦੇ ਨੇ ਪੰਜਾਬ ਸਰਕਾਰ ਵੱਲੋਂ, ਪਤਾ ਕਿਤੇ ਨਾ ਕਿਤੇ ਜਿਹੜੇ ਹਾਲਾਤ ਜ਼ਰੂਰ ਕੀਤੇ ਗਏ ਤਰਸਯੋਗ, ਚਿੰਤਾਜਨਕ ਬਣੇ ਹੋਏ ਨੇ ਪੰਜਾਬ ਦੇ। ਕੈਮਰਾਮੈਨ ਲਖਵਿੰਦਰ ਦੇ ਨਾਲ ਭਰਤ ਸ਼ਰਮਾ, ਦ ਸਮਰ ਨਿਊਜ਼ ਲੁਧਿਆਣਾ।